ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਹੋਈਆਂ ਰੈਲੀਆਂ, ਛੇਤੀ ਨਾਲ ਮਤੇ 44 ਨੂੰ ਲਾਗੂ ਕਰਨ ਦੀ ਮੰਗ ਤੇ ਪੁਰਾਣੇ ਪ੍ਰਵਾਸੀਆਂ ਦੇ ਲਈ PR ਮੰਗੀ ਗਈ। ਬੱਚੀਆਂ ਸਮੇਤ ਮਾਂ ਦੀ ਜਾਨ ਜਾਣ ਦੇ ਮਾਮਲੇ ਵਿੱਚ ਨੌਜਵਾਨ ਨੂੰ ਹੋਇਆ ਸਜ਼ਾ ਦਾ ਐਲਾਨ। ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਸੀ 20 ਸਾਲ ਦਾ ਨਵਕਰਨ ਸਿੰਘ ਪਾਣੀ ਵਿੱਚ ਡੁੱਬਣ ਕਰਕੇ ਕੈਨੇਡਾ 'ਚ ਗਈ ਜਾਨ। ਹੁਣ ਪਰਿਵਾਰ ਦੀ ਮਦਦ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਹਾਈਵੇ ਤੇ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ। ਬਰੈਂਪਟਨ ਤੋਂ ਪੰਜਾਬੀ ਨੌਜਵਾਨ ਗ੍ਰਿਫਤਾਰ ਤੇ ਮਾਮਲੇ ਦਰਜ। ਕਾਰ ਚੋਰੀ ਕਰਨ ਸੰਬੰਧੀ ਵੀਡੀਓਜ਼ ਜਾਰੀ ਕਰਕੇ ਪੁਲਿਸ ਨੇ ਜਾਂਚ ਦੇ ਲਈ ਸਹਿਯੋਗ ਮੰਗਿਆ। ਇਸ ਦੇ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਜੋ ਹਵਾਈ ਸਫ਼ਰ ਕਰਨ ਵਾਸਤੇ ਜਿਨ੍ਹਾਂ ਨੇ ਪਹਿਲਾਂ ਪਲਾਨ ਬਣਾਏ ਸਨ ਤੇ ਫਿਰ ਟਿਕਟਾਂ ਰੱਦ ਕਰਵਾਈਆਂ ਗਈਆਂ, ਕੋਵਿਡ-19 ਦੇ ਕਰਕੇ ਵੀ ਪ੍ਰਭਾਵ ਪਿਆ ਤੇ ਰੀਫੰਡ ਦੇ ਵਾਸਤੇ ਕਿੰਨਾ ਜ਼ਿਆਦਾ ਉਹ ਖੱਜਲ ਹੋ ਰਹੇ ਨੇ। ਕੋਵਿਡ-19 ਮਹਾਮਾਰੀ ਦੇ ਕਾਰਨ ਰੱਦ ਕੀਤੀਆਂ ਯਾਤਰਾਵਾਂ ਲਈ ਰਿਫੰਡ ਦੀ ਮੰਗ ਕਰਨ ਵਾਲੇ ਕਈ ਯਾਤਰੀਆਂ ਨੇ ਹਾਲ ਹੀ ਵਿੱਚ ਸ਼ਿਕਾਇਤਾਂ ਪਾਈਆਂ ਸੀ, ਜਿਸ ਨੂੰ BC ਟ੍ਰਿਬਿਊਨਲ ਦੁਆਰਾ ਖਾਰਜ ਕਰ ਦਿੱਤਾ ਗਿਆ ਹੈ। ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਸਾਨੂੰ ਰਿਫੰਡ ਦੇਣ ਦਾ ਦਾਅਵਾ ਕੀਤਾ ਗਿਆ ਸੀ ਪਰ ਅਜੇ ਤੱਕ ਨਹੀਂ ਮਿਲਿਆ, ਜਿਸ ਦੇ ਜਵਾਬ ਵਜੋਂ ਸੂਬੇ ਦੇ ਸਿਵਲ ਰੈਜ਼ੋਲੂਸ਼ਨ ਟ੍ਰਿਬਿਊਨਲ ਨੇ ਇੱਕ ਪੋਸਟ ਦੇ ਜ਼ਰੀਏ ਆਪਣਾ ਫੈਸਲਾ ਸੁਣਾਇਆ। ਇੱਕ ਸ਼ਿਕਾਇਤ ਵਿੱਚ ਪ੍ਰਿੰਸ ਜੋਰਜ ਦੇ 2 ਯਾਤਰੀਆਂ ਨੇ $6000 ਤੋਂ ਵੀ ਵੱਧ ਦੀ ਲਾਗਤ ਵਾਲੇ ਸਨਸ਼ਾਈਨ ਕੋਸਟ ਲਈ ਇੱਕ ਹਫ਼ਤੇ ਦਾ ਟ੍ਰਿਪ ਬੁੱਕ ਕੀਤਾ ਸੀ। ਸੂਬੇ ਦੇ ਖੇਤਰਾਂ ਵਿੱਚ ਯਾਤਰਾ ਨੂੰ ਰੋਕਣ ਵਾਲੇ ਜਨਤਕ ਸਿਹਤ ਆਦੇਸ਼ਾਂ ਨੂੰ 25 ਮਈ ਨੂੰ ਹਟਾਇਆ ਜਾਣਾ ਸੀ ਅਤੇ ਦੋਵੇਂ ਯਾਤਰੀਆਂ ਨੇ 30 ਮਈ ਨੂੰ ਯਾਤਰਾ ਲਈ ਰਵਾਨਾ ਹੋਣਾ ਸੀ, ਪਰ ਬਾਅਦ ਵਿੱਚ ਸਿਹਤ ਸੰਬੰਧੀ ਪਾਬੰਦੀਆਂ ਨੂੰ ਜੂਨ ਦੇ ਮਹੀਨੇ ਦੇ ਅੱਧ ਤੱਕ ਵਧਾ ਦਿੱਤਾ ਗਿਆ ਸੀ। ਦੋਵੇਂ ਯਾਤਰੀ ਵਾਰਨਰ ਐਡਮ ਅਤੇ ਸੈਂਡਰਾ ਆਈਜ਼ੈਕ ਨੇ ਦਲੀਲ ਦਿੱਤੀ ਕਿ ਉਹ ਪੂਰੇ ਰਿਫੰਡ ਦੇ ਹੱਕਦਾਰ ਨੇ, ਪਰ ਉਹਨਾਂ ਨੇ $5000 ਦੀ ਮੰਗ ਕੀਤੀ ਜੋ ਕਿ ਛੋਟੇ ਦਾਅਵਿਆਂ ਦੇ ਕੇਸਾਂ ਲਈ ਟ੍ਰਿਬਿਊਨਲ ਦੀ ਤੈਅ ਸੀਮਾ ਹੈ। ਹੌਲੀਡੇ ਹੋਮਸ ਰੈਂਟਲ ਇੰਟਰਨੈਸ਼ਨਲ ਨੇ ਕਿਹਾ ਕਿ ਕੋਵਿਡ-19 ਦੇ ਚੱਲਦੇ ਯਾਤਰਾ ਰੱਦ ਹੋਣ ਦੇ ਨਿਯਮਾਂ 'ਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਜਦੋਂ ਤੱਕ ਕੋਈ ਠੋਸ ਐਕਸੈਪਸ਼ਨ ਨਹੀਂ ਹੁੰਦੀ ਉਦੋਂ ਤੱਕ ਰਿਫੰਡ ਨਹੀਂ ਕੀਤਾ ਜਾ ਸਕਦਾ ਅਤੇ ਉਦੋਂ ਨਿਯਮਾਂ 'ਚ ਇਹ ਕਿਹਾ ਗਿਆ ਸੀ ਕਿ ਜੇਕਰ ਯਾਤਰਾ ਦੁਬਾਰਾ ਬੁੱਕ ਕੀਤੀ ਜਾਂਦੀ ਹੈ ਅਤੇ ਲੋਅਰ ਮੇਨਲੈਂਡ ਤੋਂ ਸਨਸ਼ਾਈਨ ਕੋਸਟ ਤੱਕ ਯਾਤਰਾ ਨੂੰ ਮੁੜ ਤੋਂ ਰੱਦ ਕੀਤਾ ਜਾਂਦਾ ਹੈ ਤਾਂ ਰਿਫੰਡ ਦਿੱਤਾ ਜਾਣਾ ਸੀ, ਪਰ ਉਸ ਸਮੇਂ ਸਿਹਤ ਆਦੇਸ਼ਾਂ 'ਚ ਲੋਅਰ ਮੇਨਲੈਂਡ ਤੋਂ ਸਨਸ਼ਾਈਨ ਕੋਸਟ ਤੱਕ ਯਾਤਰਾ ਨੂੰ ਬਹਾਲ ਕਰ ਦਿੱਤਾ ਗਿਆ ਸੀ, ਜਿਸ ਕਰਕੇ ਰਿਫੰਡ ਦੇ ਦੋਵੇਂ ਨਿਯਮ ਲਾਗੂ ਨਹੀਂ ਹੁੰਦੇ। ਟ੍ਰਿਬਿਊਨਲ ਮੈਂਬਰ ਸ਼ੈਲੀ ਲੋਪੈਸ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਵਾਰਨਰ ਐਡਮ ਨੂੰ ਰਿਫੰਡ ਨੀਤੀ ਬਾਰੇ ਪੁੱਛਗਿੱਛ ਕੀਤੀ ਗਈ ਸੀ ਅਤੇ ਸਾਹਮਣੇ ਆਇਆ ਕਿ ਉਹ ਇਸ ਬਾਰੇ ਪਹਿਲਾਂ ਤੋਂ ਹੀ ਜਾਣਦੇ ਸੀ, ਜਿਸ ਕਰਕੇ ਉਹਨਾਂ ਦੀ ਰਿਫੰਡ ਦੀ ਦਲੀਲ ਨੂੰ ਖਾਰਜ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਕੈਨੇਡਾ ਦੇ ਵੱਖੋ-ਵੱਖਰੇ ਸ਼ਹਿਰਾਂ ਵਿੱਚ ਰੈਲੀਆਂ ਕੀਤੀਆਂ ਗਈਆਂ, ਜਿੱਥੇ ਕਿ ਕਾਫੀ ਵੱਡੀ ਗਿਣਤੀ ਵਿੱਚ ਪ੍ਰਵਾਸੀ ਇਕੱਠੇ ਹੋਏ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ, ਜਿਨ੍ਹਾਂ ਦੇ ਵੱਲੋਂ ਪ੍ਰਵਾਸੀਆਂ ਨੂੰ ਪੱਕੇ ਕੀਤੇ ਜਾਣ ਦੀ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ। ਜੋ ਪਹਿਲਾਂ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਸੀ ਤੇ ਉਸੇ ਤਹਿਤ ਅੱਗੇ ਤੋਂ ਅੱਗੇ ਰੈਲੀਆਂ ਕੀਤੀਆਂ ਗਈਆਂ। ਪਟੀਸ਼ਨ ਨੂੰ ਲੈ ਕੇ ਮੰਗ ਕੀਤੀ ਗਈ ਤੇ ਉਸੇ ਮੰਤਵ ਦੇ ਨਾਲ ਇਸ ਸਮੇਂ ਵੀ ਇਹ ਰੈਲੀ ਕੀਤੀ ਗਈ, ਜੋ ਕਿ ਨਾ ਸਿਰਫ ਇੱਕ ਸਗੋਂ ਵੱਖੋ-ਵੱਖਰੇ ਕੈਨੇਡਾ ਦੇ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ, ਜਿਨ੍ਹਾਂ ਦੇ ਵੱਲੋਂ ਜੋ ਇਸ ਸਮੇਂ ਮੋਸ਼ਨ 44 ਨੂੰ ਵੀ ਪਾਸ ਕਰ ਦਿੱਤਾ ਗਿਆ ਪਾਰਲੀਮੈਂਟ ਵਿੱਚ, ਉਸ ਮੋਸ਼ਨ ਨੂੰ ਵੀ ਛੇਤੀ ਨਾਲ ਲਾਗੂ ਕੀਤੇ ਜਾਣ ਦੀ ਮੰਗ ਕੀਤੀ ਗਈ ਤੇ ਨਾਲ ਹੀ ਜੋ ਪ੍ਰਵਾਸੀ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਮੌਜੂਦ ਨੇ, ਟੈਕਸ ਵੀ ਭਰ ਰਹੇ ਨੇ ਉਹ ਤੇ ਆਪਣਾ ਯੋਗਦਾਨ ਉਹ ਪੂਰਾ ਪਾਉਂਦੇ ਨੇ, ਪਰ ਕਿਸੇ ਨਾ ਕਿਸੇ ਯੋਗਤਾ ਕਰਕੇ ਉਹ ਰਹਿ ਜਾਂਦੇ ਨੇ ਕਿ ਕੈਨੇਡਾ ਦੀ PR ਉਹਨਾਂ ਨੂੰ ਹੁਣ ਤੱਕ ਮਿਲ ਨਹੀਂ ਸਕੀ ਤੇ ਇਸੇ ਮੰਗ ਨੂੰ ਲੈ ਕੇ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਇਹ ਰੈਲੀਆਂ ਕੀਤੀਆਂ ਗਈਆਂ ਤੇ ਇਹ ਮੰਗ ਕੀਤੀ ਗਈ ਕਿ ਕੈਨੇਡਾ ਸਰਕਾਰ ਦੇ ਵੱਲੋਂ ਇਸ ਸੰਬੰਧੀ ਕਦਮ ਚੁੱਕੇ ਜਾਣ ਕਿ ਕੈਨੇਡਾ ਵਿੱਚ ਪਹਿਲਾਂ ਤੋਂ ਜਿਹੜੇ ਪ੍ਰਵਾਸੀ ਮੌਜੂਦ ਨੇ ਉਹਨਾਂ ਨੂੰ ਪੱਕੇ ਕੀਤੇ ਜਾਣ ਦੇ ਬਾਰੇ ਐਲਾਨ ਕੀਤਾ ਜਾਵੇ। ਜਿਵੇਂ ਕਿ ਲੋਕ ਸਭਾ ਮੈਂਬਰ ਰਣਦੀਪ ਸਿੰਘ ਸਰਾਏ ਦੇ ਵੱਲੋਂ ਮੋਸ਼ਨ 44 ਲਿਆਂਦਾ ਗਿਆ ਤੇ ਉਸ ਨੂੰ ਪਾਸ ਵੀ ਕਰ ਦਿੱਤਾ ਗਿਆ, ਪਰ ਇਸ ਨੂੰ ਲਾਗੂ ਹੋਣ ਦੇ ਵਿੱਚ ਹਜੇ ਸਮਾਂ ਲੱਗਣਾ ਹੈ, ਤਾਂ ਇਸ ਨੂੰ ਲਾਗੂ ਕੀਤੇ ਜਾਣ ਦੇ ਵਿੱਚ ਛੇਤੀ ਕੀਤੀ ਜਾਵੇ, ਇਸ ਸੰਬੰਧੀ ਵੀ ਮੰਗ ਕੀਤੀ ਗਈ। ਜਿਵੇਂ ਕਿ ਇਹ ਮੋਸ਼ਨ ਲਾਗੂ ਕੀਤਾ ਜਾਣਾ ਹੈ ਤਾਂ ਉਸ ਮੁਤਾਬਕ ਇਹ ਕੁਝ ਫੈਸਲਾ ਲਿਆ ਜਾ ਸਕਦਾ ਹੈ ਕਿ ਕੋਈ ਅਜਿਹਾ ਪ੍ਰੋਗਰਾਮ ਲਿਆਂਦਾ ਜਾ ਸਕਦਾ ਹੈ ਜੋ ਕਿ ਕੈਨੇਡਾ ਵਿੱਚ ਪਹਿਲਾਂ ਤੋਂ ਜਿਹੜੇ ਪ੍ਰਵਾਸੀ ਮੌਜੂਦ ਨੇ ਉਹਨਾਂ ਵਾਸਤੇ ਹੋਵੇ, ਜਿਸ ਦੇ ਵਿੱਚ PR ਦੇ ਵਾਸਤੇ ਕੋਈ ਸਖਤ ਯੋਗਤਾ ਹੈ ਜੋ ਉਸ ਨੂੰ ਘੱਟ ਕਰ ਦਿੱਤਾ ਜਾਵੇ। ਖਾਸ ਤੌਰ ਦੇ ਉੱਤੇ ਜੋ IELTS ਦੀ ਯੋਗਤਾ ਹੈ ਉਸ ਨੂੰ ਪੂਰਾ ਕੀਤੇ ਜਾਣ ਦੇ ਕਰਕੇ ਇਹ ਸ਼ਰਤ ਹੈ। ਇਸ ਕਰਕੇ ਵੀ ਕਈ ਜਿਹੜੇ ਪ੍ਰਵਾਸੀ ਨੇ ਉਹ ਹੁਣ ਤੱਕ ਆਪਣੀ PR ਨਹੀਂ ਲਗਾ ਸਕੇ, ਤਾਂ ਹੋ ਸਕਦਾ ਹੈ ਕਿ ਇਸ ਯੋਗਤਾ ਦੇ ਵਿੱਚ ਵੀ ਕੁਝ ਤਬਦੀਲੀ ਕੀਤੀ ਜਾਵੇ, ਜੋ ਇਹ ਨਵਾਂ ਪ੍ਰੋਗਰਾਮ ਲਿਆਂਦਾ ਜਾਵੇਗਾ। ਪਰ ਇਸ ਦੇ ਬਾਰੇ ਜਿਵੇਂ ਹੀ ਕੋਈ ਅੱਗੇ ਅਪਡੇਟ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸਾਂਗੇ। ਇਸ ਨਾਲ ਹੀ ਅਗਲੀ ਖਬਰ ਹੈ ਕਿ ਯਾਰਕ ਖੇਤਰ ਤੋਂ ਕਾਰਾਂ ਚੋਰੀ ਹੋਣ ਦੇ ਵੱਡੀ ਗਿਣਤੀ 'ਚ ਜੋ ਮਾਮਲੇ ਸਾਹਮਣੇ ਆ ਰਹੇ ਨੇ, ਕਿਸ ਤਰ੍ਹਾਂ ਕਾਰਾਂ ਦੀ ਚੋਰੀ ਕੀਤੀ ਜਾ ਰਹੀ ਹੈ, ਉਸ ਸੰਬੰਧੀ ਕਈ ਵੀਡੀਓਜ਼ ਪੁਲਿਸ ਨੇ ਜਾਰੀ ਕੀਤੀਆਂ ਨੇ।
ਟੋਰਾਂਟੋ ਦੇ ਉੱਤਰ ਵਿੱਚ ਪੁਲਿਸ ਵੱਲੋਂ ਕਾਰਜੈਕਿੰਗ ਦੀ ਵੀਡੀਓ ਜਾਰੀ ਕੀਤੀ ਗਈ ਹੈ। ਯੋਕ ਰੀਜਨ ਵਿੱਚ ਪੁਲਿਸ ਨੇ ਕਾਰਜੈਕਿੰਗ ਦੀ ਇੱਕ ਲੜੀ ਦੀ ਨਵੀਂ ਵੀਡੀਓ ਫੁਟੇਜ ਜਾਰੀ ਕੀਤੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਡਰਾਈਵਰਾਂ ਨੂੰ ਲਗਜ਼ਰੀ ਵਾਹਨਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਹਿੰਸਕ ਘਟਨਾਵਾਂ ਵਿੱਚ ਹੋ ਰਹੇ ਵਾਧੇ ਬਾਰੇ ਚੇਤਾਵਨੀ ਦਿੱਤੀ। ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਵੀਡੀਓ ਹਾਲ ਹੀ ਵਿੱਚ ਹੋਈਆਂ ਕਾਰਜੈਕਿੰਗ ਦੀਆਂ 4 ਘਟਨਾਵਾਂ ਨੂੰ ਦਰਸਾਉਂਦੀ ਹੈ, ਜਿਸ 'ਚ ਹਰ ਕਾਰਜੈਕਿੰਗ ਦਾ ਤਰੀਕਾ ਥੋੜਾ ਵੱਖਰਾ ਹੈ। ਪਹਿਲੀ ਘਟਨਾ ਵਿੱਚ ਸ਼ੱਕੀ ਇੱਕ ਵਿਅਸਤ ਮੋੜ ਤੇ ਜਾਣਬੁੱਝ ਕੇ ਕਾਰਾਂ ਦੀਆਂ ਟੱਕਰਾਂ ਕਰਦੇ ਦਿਖਾਈ ਦਿੰਦੇ ਨੇ। ਉਹਨਾਂ ਵਿੱਚੋਂ ਇੱਕ ਫਿਰ ਆਪਣੀ ਖਰਾਬ ਹੋਈ ਕਾਰ ਵਿੱਚੋਂ ਬਾਹਰ ਨਿਕਲਦਾ ਹੈ ਅਤੇ 2 ਲੋਕ ਨਿਸ਼ਾਨਾ ਬਣਾ ਰਹੇ ਵਾਹਨ ਨੂੰ ਝੰਡਾ ਵਿਖਾਉਂਦੇ ਨੇ, ਪਰ ਮਦਦ ਮੰਗਣ ਦੀ ਬਜਾਏ ਸ਼ੱਕੀ ਡਰਾਈਵਰ ਨੂੰ ਜ਼ਬਰਦਸਤੀ ਗੱਡੀ ਤੋਂ ਬਾਹਰ ਕੱਢਦੇ ਨਜ਼ਰ ਆ ਰਹੇ ਨੇ ਅਤੇ ਡਰਾਈਵਰ ਤੋਂ ਜ਼ਬਰਦਸਤੀ ਗੱਡੀ ਖੋਹ ਕੇ ਘਟਨਾ ਵਾਲੀ ਥਾਂ ਤੋਂ ਚਲੇ ਜਾਂਦੇ ਨੇ। ਇੱਕ ਹੋਰ ਘਟਨਾ ਵਿੱਚ 2 ਸ਼ੱਕੀ ਵਿਅਕਤੀ ਇੱਕ ਡਰਾਈਵੇ ਉੱਤੇ ਤੁਰਦੇ ਨਜ਼ਰ ਆ ਰਹੇ ਨੇ, ਜਦੋਂ ਇੱਕ ਪੀੜਤ ਆਪਣੀ SUV ਨੂੰ ਆਪਣੇ ਗੈਰੇਜ ਵਿੱਚ ਪਾਰਕ ਕਰਦਾ ਹੈ। ਫਿਰ ਸ਼ੱਕੀ ਡਰਾਈਵਰ ਤੋਂ ਚਾਬੀਆਂ ਖੋਹ ਲੈਂਦੇ ਨੇ ਅਤੇ ਗੱਡੀ ਵਿੱਚ ਬੈਠ ਕੇ ਚਲੇ ਜਾਂਦੇ ਨੇ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਨੇ ਚੋਰਾਂ ਨੂੰ ਆਪਣੀ ਗੱਡੀ ਲੈ ਕੇ ਫਰਾਰ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਗੈਰੇਜ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਗਿਆ ਸੀ, ਪਰ ਚੋਰ ਗੱਡੀ ਚਲਾਉਂਦੇ ਹੋਏ ਗੈਰੇਜ ਦੇ ਦਰਵਾਜ਼ੇ ਨੂੰ ਤੋੜ ਕੇ ਡਰਾਈਵੇ ਤੋਂ ਬਾਹਰ ਨਿਕਲਦੇ ਨੇ ਅਤੇ ਤੇਜ਼ੀ ਨਾਲ ਮੌਕੇ ਤੋਂ ਭੱਜ ਜਾਂਦੇ ਨੇ। ਤੀਜੀ ਘਟਨਾ ਗੈਸ ਸਟੇਸ਼ਨ ਤੇ ਵਾਪਰੀ। ਫੁਟੇਜ ਵਿੱਚ ਇੱਕ ਪੀੜਤ ਆਪਣੇ ਵਾਹਨ ਵਿੱਚੋਂ ਬਾਹਰ ਨਿਕਲਦਾ ਦਿਖਾਇਆ ਗਿਆ, ਸੰਭਵ ਤੌਰ ਤੇ ਇਸ ਨੂੰ ਭਰਨ ਲਈ, ਪਰ ਕੁਝ ਹੀ ਸਕਿੰਟਾਂ ਵਿੱਚ ਉਹਨਾਂ ਕੋਲ 2 ਹੁੱਡ ਵਾਲੇ ਸ਼ੱਕੀ ਵਿਅਕਤੀ ਪਹੁੰਚਦੇ ਨੇ, ਜੋ ਵਾਹਨ ਵਿੱਚ ਚੜ੍ਹ ਕੇ ਗੱਡੀ ਗੈਸ ਸਟੇਸ਼ਨ ਤੋਂ ਡਰਾਈਵ ਕਰਕੇ ਫਰਾਰ ਹੋ ਜਾਂਦੇ ਨੇ। ਚੌਥੀ ਅਤੇ ਆਖਰੀ ਘਟਨਾ ਇੱਕ ਵਿਅਸਤ ਸ਼ਾਪਿੰਗ ਮਾਲ ਪਾਰਕਿੰਗ ਵਿੱਚ ਵਾਪਰੀ। ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਸ਼ੱਕੀ ਵਿਅਕਤੀ ਇੱਕ ਚਿੱਟੇ ਰੰਗ ਦੇ ਟਰੱਕ ਵਿੱਚ ਇੱਕ ਵਾਹਨ ਦਾ ਪਿੱਛਾ ਕਰਦੇ ਹੋਏ ਪਾਰਕਿੰਗ 'ਚ ਪਹੁੰਚਦਾ ਹੈ। ਉਹਨਾਂ ਵਿੱਚੋਂ ਇੱਕ ਫਿਰ ਵਾਹਨ ਦੇ ਪਾਰਕ ਕਰਨ ਤੋਂ ਬਾਅਦ ਬਾਹਰ ਨਿਕਲਦਾ ਹੈ ਤੇ ਡਰਾਈਵਰ ਨਾਲ ਟਕਰਾ ਜਾਂਦਾ ਹੈ ਅਤੇ ਗੱਡੀ ਦੀ ਚਾਬੀ ਲੈਣ 'ਚ ਕਾਮਯਾਬ ਹੁੰਦਾ ਹੈ। ਯੋਕ ਰੀਜਨਲ ਪੁਲਿਸ ਨੇ ਕਿਹਾ ਕਿ ਕਾਰਜੈਕਿੰਗ ਦੀਆਂ ਘਟਨਾਵਾਂ 2019 ਤੋਂ ਬਾਅਦ ਦੁੱਗਣੀਆਂ ਹੋ ਗਈਆਂ ਨੇ, ਜਦੋਂ ਕਿ ਇਸ ਸਾਲ ਵਿੱਚ ਹੁਣ ਤੱਕ 65% ਤੋਂ ਵੱਧ ਘਟਨਾਵਾਂ ਨੂੰ ਹੱਲ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਚੋਰੀ ਹੋਏ ਵਾਹਨ ਉਹਨਾਂ ਦੇ ਮਾਲਕਾਂ ਦੇ ਡਰਾਈਵੇ ਤੋਂ ਅੱਧੀ ਰਾਤ ਤੋਂ ਸਵੇਰੇ 6 ਵਜੇ ਦੇ ਵਿਚਕਾਰ ਲਏ ਜਾਂਦੇ ਹਨ, ਪਰ ਕਾਰਜੈਕਿੰਗ ਦੀਆਂ ਘਟਨਾਵਾਂ ਜ਼ਿਆਦਾ ਜਨਤਕ ਥਾਵਾਂ ਤੋਂ ਹੋ ਸਕਦੀਆਂ ਨੇ। ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਸਾਰੇ ਮਾਮਲਿਆਂ 'ਚ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਡਰਾਈਵਰਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਚੋਰ ਲਗਾਤਾਰ ਕਾਰ ਚੋਰੀ ਕਰਨ ਦੀ ਆਪਣੀ ਨੀਤੀ ਨੂੰ ਬਦਲ ਰਹੇ ਨੇ। ਹੁਣ ਜਾਣਕਾਰੀ ਉਸ ਮਾਮਲੇ ਦੇ ਬਾਰੇ ਜੋ ਕਿ ਛੋਟੀਆਂ ਬੱਚੀਆਂ ਤੇ ਉਹਨਾਂ ਦੀ ਮਾਂ ਸੜਕ ਹਾਦਸੇ ਵਿੱਚ ਜਿਨ੍ਹਾਂ ਦੀ ਜਾਨ ਚਲੀ ਗਈ ਸੀ ਤੇ ਜਿਸ ਦੇ ਪਿੱਛੇ ਇੱਕ ਨੌਜਵਾਨ ਨੂੰ ਜ਼ਿੰਮੇਵਾਰ ਮੰਨਿਆ ਗਿਆ ਤੇ ਉਸ ਦੇ ਲਈ ਹੁਣ ਸਜ਼ਾ ਦਾ ਐਲਾਨ ਹੋ ਗਿਆ ਹੈ। ਓਨਟਾਰੀਓ 'ਚ ਇੱਕ ਔਰਤ ਅਤੇ 3 ਬੇਟੀਆਂ ਦੇ ਕਤਲ ਦੇ ਮਾਮਲੇ 'ਚ ਇੱਕ ਡਰਾਈਵਰ ਨੂੰ 17 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ 2 ਸਾਲ ਪਹਿਲਾਂ ਇੱਕ ਡਰਾਈਵਰ ਨੇ ਭੰਗ ਦਾ ਸੇਵਨ ਕਰਨ ਤੋਂ ਬਾਅਦ ਖਰਾਬ ਡਰਾਈਵਿੰਗ ਕੀਤੀ, ਜਿਸ ਦੇ ਚੱਲਦੇ ਸੜਕ ਹਾਦਸੇ 'ਚ ਇੱਕ ਔਰਤ ਅਤੇ ਉਸ ਦੀਆਂ 3 ਬੱਚੀਆਂ ਦੀ ਮੌਤ ਹੋ ਗਈ ਸੀ ਅਤੇ ਇਸ ਦੇ ਨਾਲ ਹੀ ਡਰਾਈਵਰ ਤੇ ਹੋਰ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾਉਣ ਦਾ ਵੀ ਦੋਸ਼ ਲੱਗਿਆ ਸੀ, ਜਿਸ 'ਚ ਕਾਰਵਾਈ ਕਰਦੇ ਹੋਏ 2 ਸਾਲ ਬਾਅਦ ਮੁਲਜ਼ਮ ਡਰਾਈਵਰ ਨੂੰ 17 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਸੜਕ ਹਾਦਸੇ ਤੋਂ ਪਹਿਲਾਂ ਦੋਸ਼ੀ ਡਰਾਈਵਰ ਤੇ 15 ਹੋਰ ਡਰਾਈਵਿੰਗ ਦੀ ਉਲੰਘਣਾ ਨੂੰ ਲੈ ਕੇ ਮਾਮਲੇ ਸਾਹਮਣੇ ਆਏ ਸੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸਜ਼ਾ ਦੀ ਸੁਣਵਾਈ ਦੌਰਾਨ ਦੋਸ਼ੀ ਨੇ ਆਪਣੇ ਕੰਮਾਂ ਲਈ ਮਾਫੀ ਮੰਗੀ ਅਤੇ ਕਿਹਾ ਕਿ ਉਸਨੇ ਜੋ ਕੀਤਾ ਉਸ ਲਈ ਉਹ ਬਹੁਤ ਦੁਖੀ ਹੈ ਅਤੇ ਸਜ਼ਾ ਦੇ ਤੌਰ ਤੇ ਉਹ ਆਪਣੇ ਗੁਨਾਹਾਂ ਦਾ ਭੁਗਤਾਨ ਕਰਨਾ ਚਾਹੁੰਦਾ ਹੈ। ਅੱਗੇ ਜਾਣਕਾਰੀ ਜੋ ਰਾਜਧਾਨੀ ਓਟਵਾ ਦੇ ਵਿੱਚ ਮੀਂਹ ਪੈਣ ਦੇ ਬਾਰੇ ਵਾਤਾਵਰਣ ਵਿਭਾਗ ਦੇ ਵੱਲੋਂ ਦੱਸਿਆ ਗਿਆ, ਤੂਫਾਨ ਦੇ ਬਾਰੇ ਵੀ ਉਸ ਦੇ ਬਾਰੇ ਹੁਣ ਤੁਹਾਨੂੰ ਦੱਸਾਂਗੇ। ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਤੂਫਾਨ ਦੇ ਚੱਲਦੇ ਦਿਨ ਦੇ ਖਤਮ ਹੋਣ ਨਾਲ 50 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ। ਮੌਸਮ ਨੂੰ ਲੈ ਕੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਓਟਵਾ 'ਚ 20 ਤੋਂ 40 ਮਿਲੀਮੀਟਰ ਤੱਕ ਮੀਂਹ ਪੈਣ ਦੀ ਉਮੀਦ ਹੈ ਅਤੇ ਜਿਹੜੇ ਖੇਤਰਾਂ ਵਿੱਚ ਤੂਫਾਨ ਆਏ ਨੇ ਉੱਥੇ 40 ਤੋਂ 50 ਮਿਲੀਮੀਟਰ ਤੱਕ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਸ਼ਾਮ ਨੂੰ ਮੌਸਮ 'ਚ ਤਬਦੀਲੀ ਹੋਣ ਦੇ ਨਾਲ ਰਾਤ ਭਰ ਦਾ ਤਾਪਮਾਨ 10 ਡਿਗਰੀ ਸੈਲਸੀਅਸ ਤੱਕ ਘਟ ਜਾਵੇਗਾ। ਕੱਲ ਦੇ ਦਿਨ ਵੀ ਓਟਵਾ ਵਿੱਚ ਮੀਂਹ ਪਵੇਗਾ, ਜਿਸ ਕਰਕੇ ਮੰਗਲਵਾਰ ਸਵੇਰ ਨੂੰ ਬੱਦਲਵਾਈ ਅਤੇ ਮੀਂਹ ਪੈਣ ਦੀ ਸੰਭਾਵਨਾ 70% ਹੈ ਅਤੇ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਉਮੀਦ ਹੈ। ਕੱਲ ਸ਼ਾਮ ਨੂੰ ਮੀਂਹ ਪੈਣ ਦੀ 70% ਦੀ ਸੰਭਾਵਨਾ ਦੇ ਨਾਲ ਰਾਤ ਦਾ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ ਅਤੇ ਬੁੱਧਵਾਰ ਦੇ ਦਿਨ ਧੁੱਪ ਦੁਬਾਰਾ ਵੇਖੀ ਜਾ ਸਕਦੀ ਹੈ, ਜਿਸ ਨਾਲ ਦਿਨ ਦਾ ਤਾਪਮਾਨ 20 ਡਿਗਰੀ ਸੈਲਸੀਅਸ ਤੱਕ ਵੱਧ ਜਾਵੇਗਾ।
ਅੱਗੇ ਜਾਣਕਾਰੀ ਜੋ ਇੱਕ ਹਾਈਵੇ ਦੇ ਉੱਤੇ ਟਰੱਕ ਪਲਟਣ ਦਾ ਮਾਮਲਾ ਸਾਹਮਣੇ ਆਇਆ। ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਓਨਟਾਰੀਓ ਦੇ ਨਿਊ ਮਾਰਕੀਟ ਦੇ ਦੱਖਣ ਵਿੱਚ ਹਾਈਵੇ 400 ਤੇ ਇੱਕ ਟਰੱਕ ਪਲਟਣ ਨਾਲ ਜ਼ਿਆਦਾਤਰ ਲੋਕਾਂ ਨੂੰ ਆਵਾਜਾਈ ਲਈ ਦੇਰੀ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇੱਕ ਯਾਤਰੀ ਵਾਹਨ ਨੇ ਟਰੱਕ ਨੂੰ ਟੱਕਰ ਮਾਰੀ, ਜਿਸ ਕਰਕੇ ਟਰੱਕ ਡਰਾਈਵਰ ਕੰਟਰੋਲ ਖੁਆ ਬੈਠਾ ਅਤੇ ਕੰਕਰੀਟ ਬੈਰੀਅਰ ਨਾਲ ਜਾ ਟਕਰਾਇਆ ਅਤੇ ਟਰੱਕ ਨਿਰਮਾਣ ਖੇਤਰ ਵਿੱਚ ਆਪਣੀ ਸਾਈਡ ਤੇ ਜਾ ਡਿੱਗਿਆ, ਜਿਸ ਕਰਕੇ ਦੋਵੇਂ ਲੇਨਾਂ ਨੂੰ ਥੋੜੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੌਰਾਨ ਜਾਨ-ਮਾਲ ਦੇ ਨੁਕਸਾਨ ਤੋਂ ਬਚਾ ਰਿਹਾ ਅਤੇ ਟਰੱਕ ਦੇ 2 ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਓਪੀਪੀ ਸਰਜੈਂਟ ਨੇ ਕਿਹਾ ਕਿ ਸੜਕ ਹਾਦਸੇ ਦੌਰਾਨ ਮੀਂਹ ਪੈ ਰਿਹਾ ਸੀ ਅਤੇ ਕਈ ਘੰਟਿਆਂ ਤੱਕ ਕੰਕਰੀਟ ਬੈਰੀਅਰ ਦੀ ਮੁਰੰਮਤ ਕੀਤੀ ਗਈ ਅਤੇ ਸਫਾਈ ਹੋਣ ਤੋਂ ਬਾਅਦ ਦੋਵੇਂ ਲੇਨਾਂ ਨੂੰ ਆਵਾਜਾਈ ਲਈ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਉਹਨਾਂ ਵੱਲੋਂ ਮਾਮਲੇ 'ਚ ਜਾਂਚ ਜਾਰੀ ਰੱਖੀ ਜਾ ਰਹੀ ਹੈ ਅਤੇ ਜੇਕਰ ਇਸ ਸੜਕ ਹਾਦਸੇ ਬਾਰੇ ਕਿਸੇ ਕੋਲ ਵੀ ਕੋਈ ਵੀ ਜਾਣਕਾਰੀ ਮੌਜੂਦ ਹੈ ਤਾਂ ਉਹ ਪੁਲਿਸ ਨੂੰ ਕਾਲ ਕਰਕੇ ਘਟਨਾ ਬਾਰੇ ਸੂਚਨਾ ਦੇ ਸਕਦਾ ਹੈ। ਪੀਲ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਦਰਜ ਕੀਤੇ ਗਏ ਨੇ। ਪੰਜਾਬੀ ਨੌਜਵਾਨਾਂ ਵਜੋਂ ਉਹਨਾਂ ਦੀ ਪਛਾਣ ਹੋਈ ਹੈ। ਤੁਹਾਨੂੰ ਦੱਸਦੇ ਹਾਂ ਕਿ ਇਹ ਪੂਰਾ ਮਾਮਲਾ। ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਦੇ 3 ਨੌਜਵਾਨਾਂ ਕੋਲੋਂ ਕਈ ਹਥਿਆਰ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ। 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਮਾਮਲੇ 'ਚ ਬਰੈਂਪਟਨ ਦੇ 3 ਵਿਅਕਤੀਆਂ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਸਰਚ ਵਾਰੰਟ ਕੱਢਿਆ ਗਿਆ ਸੀ, ਜਿਸ 'ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਰੈਮਿੰਗਟਨ 870 ਐਕਸਪ੍ਰੈਸ ਸ਼ਾਟਗਨ, 22 ਕੈਲੀਬਰ ਰਾਈਫਲ, ਇੱਕ ਜਾਲੀ MP5 ਅਤੇ ਹੋਰ ਹਥਿਆਰ ਅਤੇ ਨਸ਼ੇ ਜ਼ਬਤ ਕੀਤੇ। ਅਧਿਕਾਰੀਆਂ ਨੇ 20 ਸਾਲ ਦੇ ਕੁਲਦੀਪ ਸਿੰਘ, 21 ਸਾਲ ਦੇ ਸਹਿਜਜੋਤ ਸਿੰਘ ਅਤੇ 22 ਸਾਲ ਦੇ ਤਰਨਜੀਤ ਸਿੰਘ ਤੇ ਮਾਮਲਾ ਦਰਜ ਕੀਤਾ ਹੈ। ਇਹ ਤਿੰਨੋਂ ਮੁਲਜ਼ਮ ਬਰੈਂਪਟਨ 'ਚ ਰਹਿੰਦੇ ਸੀ, ਜਿਨ੍ਹਾਂ ਕੋਲੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਨੇ। ਮਾਮਲੇ 'ਚ ਮੁਲਜ਼ਮ ਕੁਲਦੀਪ ਸਿੰਘ ਨੂੰ ਓਨਟਾਰੀਓ ਕੋਰਟ ਆਫ ਜਸਟਿਸ 'ਚ ਪੇਸ਼ ਕਰਨ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਅਤੇ ਬਾਕੀ ਦੇ 2 ਮੁਲਜ਼ਮਾਂ ਨੂੰ ਅਜੇ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਕੋਲ ਵੀ ਇਸ ਮਾਮਲੇ ਬਾਰੇ ਹੋਰ ਕੋਈ ਜਾਣਕਾਰੀ ਮੌਜੂਦ ਹੈ ਤਾਂ ਉਹ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੂੰ ਕਾਲ ਕਰਕੇ ਜਾਣਕਾਰੀ ਦੇ ਸਕਦਾ ਹੈ। ਅੱਗੇ ਜਾਣਕਾਰੀ ਜੋ 20 ਸਾਲ ਦਾ ਨੌਜਵਾਨ ਨਵਕਰਨ ਸਿੰਘ, ਜਿਸ ਦੀ ਕਿ ਨਦੀ ਵਿੱਚ ਡੁੱਬਣ ਦੇ ਕਰਕੇ ਜਾਨ ਚਲੀ ਗਈ ਹੈ। ਇਹ ਨੌਜਵਾਨ ਪਿਛਲੇ ਸਾਲ ਸਤੰਬਰ ਮਹੀਨੇ ਹੀ ਕੈਨੇਡਾ ਆਇਆ ਸੀ। ਇੰਟਰਨੈਸ਼ਨਲ ਵਿਦਿਆਰਥੀ ਵਜੋਂ ਨਵਕਰਨ ਕੈਨੇਡਾ ਆਇਆ ਸੀ, ਜੋ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਮੋਗੇ ਦੇ ਇੱਕ ਪਿੰਡ ਦੇ ਨਾਲ ਸੰਬੰਧਿਤ ਹੈ। ਨਵਕਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਲਈ ਇਸ ਸਮੇਂ ਗੋਫੰਡਮੀ ਦੇ ਉੱਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਕੁਝ ਦੇਰ ਪਹਿਲਾਂ ਹੀ ਨਵਕਰਨ ਦੀ ਮਾਂ ਦਾ ਵੀ ਦੇਹਾਂਤ ਹੋ ਗਿਆ ਸੀ ਤੇ ਉਸਦੇ ਪਿਤਾ ਦੇ ਕੋਲ ਸਿਰਫ ਇੱਕ ਨਵਕਰਨ ਹੀ ਉਮੀਦ ਬਚੀ ਹੋਈ ਸੀ, ਜਿਸ ਦੇ ਬਾਰੇ ਉਸਦੇ ਜਾਣਕਾਰਾਂ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਪਰ ਹੁਣ ਨਵਕਰਨ ਦੇ ਚਲੇ ਜਾਣ ਨਾਲ ਉਹਨਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜਿਸ ਨੂੰ ਲੈ ਕੇ ਭਾਈਚਾਰੇ ਵਿੱਚ ਅਫਸੋਸ ਦੀ ਲਹਿਰ ਹੈ। ਤੇ ਇਸ ਮੌਕੇ ਨਵਕਰਨ ਦੀ ਦੇਹ ਨੂੰ ਪੰਜਾਬ ਪਹੁੰਚਾਉਣ ਦੇ ਵਾਸਤੇ ਜੋ ਖਰਚਾ ਆਉਣਾ ਹੈ, ਉਸ ਨੂੰ ਇਕੱਠਾ ਕੀਤੇ ਜਾਣ ਦੇ ਲਈ ਗੋਫੰਡਮੀ ਦੇ ਉੱਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।